ਦੋਸਤੋ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਸੋ ਜਿਹੜਾ ਸਾਡਾ ਨੈਕਸਟ ਟੌਪਿਕ ਹੈ, ਨੈਕਸਟ ਚੈਪਟਰ ਅਸੀਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ, ਉਹ ਹੈ ਸੀਕੁਐਂਸਿਸ ਐਂਡ ਸੀਰੀਜ਼। ਚੈਪਟਰ 9 ਹੈ ਤੁਹਾਡਾ। ਸੋ ਦੋ ਸ਼ਬਦ ਨੇ, ਸੀਕੁਐਂਸਿਸ ਐਂਡ ਸੀਰੀਜ਼। ਸੋ ਸੀਕੁਐਂਸਿਸ ਕੀ ਨੇ? ਜੇ ਅਸੀਂ ਪੰਜਾਬੀ ਦੇ ਵਿੱਚ ਜਰਨਲ ਗੱਲ ਕਰੀਏ, ਸੀਕੁਐਂਸ ਦਾ ਮਤਲਬ ਹੈ ਕਿਸੇ ਚੀਜ਼ ਨੂੰ ਤਰਤੀਬ ਦੇ ਵਿੱਚ ਲਿਖਣਾ, ਤਰਤੀਬਬੱਧ ਕਰਨਾ, ਕਿਸੇ ਕ੍ਰਮ 'ਚ ਲਿਖਣਾ। ਸੋ ਸੀਕੁਐਂਸ ਸਾਡੇ ਪਾਸ ਕੀ ਹੈ? ਕਿਸੇ ਕ੍ਰਮ ਦੇ ਵਿੱਚ ਲਿਖਣਾ, ਤਰਤੀਬ ਦੇਣੀ ਕਿਸੇ ਚੀਜ਼ ਨੂੰ। ਸੋ ਜੇ ਅਸੀਂ ਇਹਦੀ ਉਦਾਹਰਨ ਲੈਣੀ ਹੋਵੇ ਸੀਕੁਐਂਸ ਦੀ, ਤਾਂ ਅਸੀਂ ਜਰਨਲ ਗੱਲ ਕਰ ਸਕਦੇ ਹਾਂ। ਜਿਵੇਂ ਤੁਹਾਡੀ ਕਲਾਸ ਹੈ ਸਕੂਲ ਦੇ ਵਿੱਚ, ਤਾਂ ਕਿਸੇ ਵੀ ਸਕੂਲ ਦੇ ਵਿੱਚ ਜੇਕਰ ਅਸੀਂ ਨਰਸਰੀ ਤੋਂ ਸ਼ੁਰੂ ਕਰਦੇ ਹਾਂ ਤਾਂ ਪਹਿਲੇ ਨੰਬਰ 'ਤੇ ਸਾਡੇ ਪਾਸ ਨਰਸਰੀ ਆਉਂਦੀ ਆ। ਜੇਕਰ KG ਹੈਗੀ ਆ, ਉਹਦੇ ਵਿੱਚ ਦੋ ਪਾਰਟਸ ਨੇ, LKG ਹੈ ਸਾਡੇ ਪਾਸ ਜਾਂ UKG ਹੈ। ਸੋ ਇੱਕ ਇਹ ਤਰਤੀਬ ਹੈ, ਇੱਕ ਪੈਟਰਨ ਹੈ ਸਾਡੇ ਪਾਸ। ਫਿਰ ਫਸਟ ਆਉਂਦੀ ਹੈ ਸਾਡੇ ਪਾਸ, ਫਿਰ ਸੈਕਿੰਡ ਆਉਂਦੀ ਹੈ, ਸੋ ਔਨ। ਈਵਨ ਇਹਦੇ ਵਿੱਚ ਅਸੀਂ ਨਵੀਂ ਚੀਜ਼ ਐਡ ਕਰ ਸਕਦੇ ਹਾਂ ਕਿ ਨਰਸਰੀ ਦੇ ਨਾਲ ਤੁਹਾਡੇ ਪਾਸ ਨਰਸਰੀ A ਹੈ ਜਾਂ ਨਰਸਰੀ B ਹੈ, ਤਾਂ ਇਸੇ ਤਰ੍ਹਾਂ ਜਿਹੜੀ ਸਾਡੀ ਲੋਅਰ KG ਹੈ ਉਹਦੇ ਵਿੱਚ A ਆ ਜਾਂਦਾ ਹੈ। ਕਈ ਵਾਰ ਕਿਸੇ ਸਕੂਲ ਦੇ ਵਿੱਚ ਹੋ ਸਕਦਾ LKG ਅਤੇ UKG ਦੋ ਅਲੱਗ-ਅਲੱਗ ਨਾ ਹੋਣ, ਇਕੱਲੀ KG ਹੀ ਹੋਵੇ। ਅਤੇ ਉਸ ਤੋਂ ਬਾਅਦ ਸਾਡੇ ਪਾਸ ਫਸਟ A, ਫਸਟ B। ਸੋ ਇੱਦਾਂ ਦੀ ਅਸੀਂ ਕਿਸੇ ਚੀਜ਼ ਨੂੰ ਤਰਤੀਬ ਦੇਣੀ ਹੈ, ਸੋ ਉਸਨੂੰ ਅਸੀਂ ਬੋਲਦੇ ਹਾਂ ਸੀਕੁਐਂਸ। ਅਤੇ ਸੀਕੁਐਂਸ ਦੇ ਨਾਲ ਨਾਲ ਸਾਡੇ ਪਾਸ ਇੱਕ ਵਰਡ ਹੋਰ ਆਉਂਦਾ ਹੈ, ਉਹ ਹੈ ਸਾਡੇ ਪਾਸ ਪ੍ਰੋਗਰੈਸ਼ਨ। ਇਹ ਤੁਸੀਂ 10th ਕਲਾਸ ਦੇ ਵਿੱਚ ਪੜ੍ਹ ਚੁੱਕੇ ਹੋ, ਜਿਸ ਦੇ ਵਿੱਚ ਤੁਸੀਂ ਪੜ੍ਹਿਆ ਅਰਿਥਮੈਟਿਕ ਪ੍ਰੋਗਰੈਸ਼ਨਸ, AP। ਸੋ ਜਿਹੜੀ ਸੀਕੁਐਂਸ ਹੈ, ਇਹ ਲੌਜੀਕਲ ਵੇ ਦੇ ਵਿੱਚ ਅਸੀਂ ਨੰਬਰਸ ਨੂੰ ਜਾਂ ਕਹਿ ਲਓ ਕਿਸੇ ਚੀਜ਼ ਨੂੰ ਅਸੀਂ ਅਰੇਂਜ ਕਰਦੇ ਹਾਂ। ਲੌਜੀਕਲ, ਕੋਈ ਲੌਜਿਕ ਹੈ, ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਹਰ ਬੰਦੇ ਦਾ ਆਪਣਾ ਲੌਜਿਕ ਹੈ ਚੀਜ਼ਾਂ ਨੂੰ ਅਰੇਂਜ ਕਰਨ ਦਾ। ਪ੍ਰੋਗਰੈਸ਼ਨ ਜਿਹੜੀ ਹੈ, ਇਹ ਵੀ ਸੀਕੁਐਂਸ ਹੀ ਹੈ, ਬਟ ਇਹਦੇ ਵਿੱਚ ਇੱਕ ਚੀਜ਼ ਖਾਸ ਹੈ। ਉਹ ਕੀ ਹੈ ਕਿ ਇਹਦੇ ਵਿੱਚ ਕੋਈ ਯੂਨੀਕ ਰਿਲੇਸ਼ਨ ਬਣ ਜਾਂਦਾ ਹੈ, ਯੂਨੀਕ ਫਾਰਮੂਲਾ ਬਣ ਜਾਂਦਾ ਹੈ ਕਿ ਅਸੀਂ ਨੈਕਸਟ ਟਰਮ ਜਿਹੜੀ ਹੈ ਉਸਨੂੰ ਅਸੀਂ ਫਾਈਂਡ ਕਰ ਸਕਦੇ ਹਾਂ। ਕੋਈ ਨਾ ਕੋਈ ਯੂਨੀਕ, ਕਹਿ ਲਓ ਵੀ ਹਰ ਮੈਂਬਰ ਜਿਹੜਾ ਹੈ ਦੂਸਰੇ ਮੈਂਬਰ ਦੇ ਨਾਲ ਕਿਸੇ ਯੂਨੀਕ ਵੇ ਦੇ ਵਿੱਚ ਜੁੜਿਆ ਹੋਇਆ ਹੈ। ਲਾਈਕ ਜਿਵੇਂ ਤੁਸੀਂ AP ਦੀ ਗੱਲ ਕਰਦੇ ਸੀ ਕਿ 5 ਤੋਂ ਬਾਅਦ ਸਾਡੇ ਪਾਸ 9 ਆ ਜਾਂਦਾ ਹੈ, 13 ਆ ਗਿਆ ਜੀ, 17 ਆ ਗਿਆ। ਸੋ ਇਹ ਜਿਹੜੇ ਸਾਡੇ ਨੰਬਰ ਜੁੜੇ ਹੋਏ ਨੇ, ਇਹ 4 ਦੇ ਫਰਕ ਨਾਲ ਜੁੜੇ ਹੋਏ ਨੇ। ਕਹਿੰਦੇ ਵੀ 4 ਦਾ ਡਿਫਰੈਂਸ ਹੈ, ਤਾਂ ਮੈਂ ਨੈਕਸਟ ਟਰਮ ਜਿਹੜੀ ਇਹਦੀ ਫਾਈਂਡ ਕਰ ਸਕਦਾ ਈਜ਼ੀਲੀ। 21 ਹੈ ਜੀ, ਕਿਉਂਕਿ 5 4 9 4 13 4 17 4 21 ਹੈ, 4 ਦਾ ਡਿਫਰੈਂਸ ਹੈ। ਬਟ ਜਿਹੜਾ ਸੀਕੁਐਂਸ ਹੈ, ਭਾਵੇਂ ਕਿ ਅਸੀਂ ਇਹਨਾਂ ਨੂੰ ਤਰਤੀਬਬੱਧ ਕੀਤਾ ਹੈ, ਕਈ ਵਾਰ ਕੀ ਹੁੰਦਾ ਕਿ ਸਾਤੋਂ ਨੈਕਸਟ ਟਰਮ ਜਿਹੜੀ ਉਹ ਫਾਈਂਡ ਨਹੀਂ ਕਰ ਸਕਦੇ ਅਸੀਂ ਇਹਦੇ ਵਿੱਚ ਇੱਦਾਂ ਦਾ ਜਿਹੜਾ ਅਸੀਂ ਰਿਲੇਸ਼ਨ ਡਿਵੈਲਪ ਕੀਤਾ, ਇੱਕ ਫਾਰਮੂਲਾ ਡਿਵੈਲਪ ਕਰ ਲਿਆ, ਉਹ ਇੱਥੇ ਡਿਵੈਲਪ ਨਹੀਂ ਹੁੰਦਾ, ਉਹ ਪ੍ਰੋਗਰੈਸ਼ਨ ਦੇ ਵਿੱਚ ਡਿਵੈਲਪ ਹੋ ਜਾਂਦਾ ਹੈ। ਜਿਵੇਂ ਮੈਂ ਇਹਨਾਂ ਦੇ ਵਿੱਚ ਲੌਜੀਕਲ ਜ਼ਰੂਰ ਹੋਊਗਾ ਕੋਈ ਨਾ ਕੋਈ ਕੰਸੈਪਟ। ਲਾਈਕ ਮੈਂ ਇੱਥੇ ਇੱਕ ਸੀਕੁਐਂਸ ਦੀ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਹੈ। ਲਾਈਕ ਸੀਕੁਐਂਸ ਕੀ ਹੈ, ਸੈੱਟ ਆਫ ਸਾਡੇ ਪਾਸ ਪ੍ਰਾਈਮਸ ਹੈ, ਸਪੋਜ਼ ਪ੍ਰਾਈਮਸ। ਤਾਂ ਪ੍ਰਾਈਮ ਸਾਡੇ ਕਿੱਥੋਂ ਸ਼ੁਰੂ ਹੁੰਦੇ ਨੇ? 2 ਤੋਂ ਸ਼ੁਰੂ ਹੁੰਦੇ ਨੇ। 2 ਅਭਾਜ ਸੰਖਿਆਵਾਂ, 3 5 7 11 ਸੋ ਔਨ। ਸੋ ਇਹ ਸੀਕੁਐਂਸ ਕੀ ਹੈ? ਸਾਡੇ ਪਾਸ ਸੀਕੁਐਂਸ ਆਫ ਪ੍ਰਾਈਮਸ ਹੈ। ਤਾਂ ਲੌਜਿਕ ਤਾਂ ਹੈ ਕਿ ਸਾਰੇ ਪ੍ਰਾਈਮ ਨੰਬਰ ਨੇ, ਬਟ ਨੈਕਸਟ ਨੰਬਰ ਕੀ ਆਏਗਾ, ਇਹਦੇ ਵਾਸਤੇ ਸਾਡੇ ਕੋਲ ਕੋਈ ਰਿਲੇਸ਼ਨ ਨਹੀਂ ਹੈ, ਉਸਨੂੰ ਅਸੀਂ ਫਾਈਂਡ ਨਹੀਂ ਕਰ ਸਕਦੇ। ਜਿਵੇਂ ਇੱਥੇ 1 ਦਾ ਫਰਕ ਹੈ, ਇੱਥੇ ਸਾਡੇ ਪਾਸ 2 ਦਾ ਡਿਫਰੈਂਸ ਆ ਗਿਆ, ਇੱਥੇ 2 ਦਾ ਡਿਫਰੈਂਸ ਆ ਗਿਆ। ਨੈਕਸਟ ਸਾਡੇ ਪਾਸ 7 ਤੋਂ ਬਾਅਦ 4 ਦਾ ਡਿਫਰੈਂਸ ਆ ਗਿਆ, 11 ਤੋਂ ਬਾਅਦ ਸਾਡੇ ਪਾਸ 13 ਆ ਜਾਣਾ ਹੈ, ਇੱਥੇ ਡਿਫਰੈਂਸ 2 ਦਾ ਹੈ। ਸੋ ਇਹਨਾਂ ਵਾਸਤੇ ਅਸੀਂ ਕੋਈ ਫਾਰਮੂਲਾ ਡਿਵੈਲਪ ਨਹੀਂ ਕਰ ਸਕਦੇ। ਸੋ ਮੈਨੂੰ ਉਮੀਦ ਹੈ ਕਿ ਸੀਕੁਐਂਸ ਅਤੇ ਪ੍ਰੋਗਰੈਸ਼ਨ ਦੋਨਾਂ ਦੇ ਵਿੱਚ ਇੱਕ ਛੋਟਾ ਜਿਹਾ ਬੇਸਿਕ ਜਿਹਾ ਫਰਕ ਹੈ ਕਿ ਇਸ ਦੇ ਵਿੱਚ ਅਸੀਂ ਇੱਕ ਰਿਲੇਸ਼ਨ ਡਿਵੈਲਪ ਕਰ ਸਕਦੇ ਹਾਂ, ਫਾਰਮੂਲਾ ਡਿਵੈਲਪ ਕਰ ਸਕਦੇ ਹਾਂ, ਅਤੇ ਸੀਕੁਐਂਸ ਦੇ ਵਿੱਚ ਡਿਵੈਲਪ ਨਹੀਂ ਕਰ ਸਕਦੇ। ਸੋ ਇੱਥੋਂ ਸਾਨੂੰ ਕੀ ਪਤਾ ਲੱਗਿਆ ਕਿ ਜਿਹੜੀ ਹਰ ਪ੍ਰੋਗਰੈਸ਼ਨ ਹੈ, ਦੇਖੋ ਪ੍ਰੋਗਰੈਸ਼ਨ ਨਿਕਲੀ ਕਿੱਥੋਂ ਆ? ਪ੍ਰੋਗਰੈਸ਼ਨ ਨਿਕਲੇ ਸੀਕੁਐਂਸ ਦੇ ਵਿੱਚੋਂ। ਸੋ ਹਰ ਪ੍ਰੋਗਰੈਸ਼ਨ ਜਿਹੜੀ ਉਹ ਸੀਕੁਐਂਸ ਤਾਂ ਹੈਗੀ ਉਹ ਹੈਗੀ ਹੈ। ਸੋ ਪ੍ਰੋਗਰੈਸ਼ਨ ਨੂੰ ਮੈਂ ਸੀਕੁਐਂਸ ਲਿਖ ਸਕਦਾ ਹਾਂ। ਕਹਿਣ ਤੋਂ ਭਾਵ ਕੀ ਹੈ ਕਿ ਸੀਕੁਐਂਸ ਸਾਡਾ ਇੱਕ ਬੇਸ ਹੈ। ਲਾਈਕ ਜਿਵੇਂ ਕੋਈ ਸਾਡੇ ਪਾਸ ਬੇਸ ਮਾਡਲ ਹੈ, ਤਾਂ ਪ੍ਰੋਗਰੈਸ਼ਨ ਉਸ ਤੋਂ ਇੱਕ ਨੈਕਸਟ ਵਰਜਨ ਹੈ। ਇਹਦੇ ਵਿੱਚ ਐਡ ਆਨਸ ਨੇ, ਇਹਦੇ ਵਿੱਚ ਇੱਕ ਐਕਸਟਰਾ ਕੰਡੀਸ਼ਨ ਹੈ, ਕਿਹੜੀ ਕਿ ਰਿਲੇਸ਼ਨ ਡਿਵੈਲਪ ਹੋਣਾ ਚਾਹੀਦਾ ਹੈ। ਸੋ ਇਹਦੇ ਵਿੱਚ ਇੱਕ ਐਕਸਟਰਾ ਫੀਚਰ ਹੈ। ਤਾਂ ਬੇਸ ਵਾਲੇ ਤਾਂ ਫੀਚਰ ਹੈਗੇ ਨੇ ਸਾਰੇ। ਸੋ ਹਰ ਪ੍ਰੋਗਰੈਸ਼ਨ ਜਿਹੜੀ ਹੈ ਉਹ ਸੀਕੁਐਂਸ ਤਾਂ ਹੋਊਗੀ ਹੀ ਹੋਊਗੀ, ਬਟ ਜ਼ਰੂਰੀ ਨਹੀਂ ਕਿ ਹਰ ਸੀਕੁਐਂਸ ਜਿਹੜੀ ਹੈ ਕਿ ਉਹ ਪ੍ਰੋਗਰੈਸ਼ਨ ਹੋਵੇ ਹੀ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ। ਸੋ ਹਰ ਸੀਕੁਐਂਸ, ਜਿਵੇਂ ਪ੍ਰਾਈਮਸ ਹੈ, ਸੀਕੁਐਂਸ ਨੇ ਸਾਡੇ ਪਾਸ, ਤਾਂ ਇਹ ਪ੍ਰੋਗਰੈਸ਼ਨ ਨਹੀਂ ਹੈ। ਸੋ ਐਵਰੀ ਸੀਕੁਐਂਸ ਨੀਡ ਨੋਟ ਬੀ ਪ੍ਰੋਗਰੈਸ਼ਨ। ਇਸੇ ਤਰ੍ਹਾਂ ਸੈਕੰਡ ਵਰਡ ਸਾਡੇ ਪਾਸ ਜਿਹੜਾ ਸਾਡਾ ਟੌਪਿਕ ਆ ਉਹ ਸੀਰੀਜ਼। ਸੋ ਵਾਟ ਇਜ਼ ਸੀਰੀਜ਼? ਸੀਰੀਜ਼ ਕੀ ਹੈ? ਸੋ ਸੀਰੀਜ਼ ਵੀ ਸਾਡੇ ਪਾਸ ਸੀਕੁਐਂਸ ਤੋਂ ਹੀ ਆਉਂਦੀ ਹੈ। ਸਾਡੇ ਪਾਸ ਸੀਰੀਜ਼ ਕੀ ਹੈ? ਜੇਕਰ ਮੈਂ ਸੀਕੁਐਂਸ ਨੂੰ ਸਮ ਦੇ ਰੂਪ ਦੇ ਵਿੱਚ ਲਿਖਦੇ ਹਾਂ, ਸਪੋਜ਼ ਮੈਂ ਸਕੇਅਰਸ ਲਿਖ ਲੈਂਦਾ। ਸਕੇਅਰਸ ਦੀ ਸੀਕੁਐਂਸ ਹੈ ਮੇਰੇ ਪਾਸ, ਸਕੇਅਰਸ। ਸੋ 1 ਸਕੇਅਰ 1, 2 ਸਕੇਅਰ ਇਜ਼ 4, 9,
16 25 ਇਹ ਮੇਰੇ ਪਾਸ ਸੀਕੁਐਂਸ ਹੈ ਇੱਕ। ਸੋ ਜੇ ਮੈਂ ਇਸ ਦੀ ਸੀਕੁਐਂਸ ਦਾ ਮੈਂ ਕੀ ਕਰਨਾ ਹੈ ਸੀਰੀਜ਼ ਦੇ ਵਿੱਚ ਕਨਵਰਟ ਕਰਨਾ, ਤਾਂ ਸੀਰੀਜ਼ ਕੀ ਬਣੇਗੀ, ਇਹਦੇ ਵਿੱਚ ਅਸੀਂ ਵਰਡ ਯੂਜ਼ ਕਰਦੇ ਹਾਂ ਇਹ ਵਾਲਾ ਸਿਗਮਾ, ਭਾਵ ਸਮ। ਜੇਕਰ ਮੈਂ ਇਸ ਨੂੰ ਲਿਖਦਾ 1 + 4 + 9 + 16 + 25, ਇਹ ਕੀ ਬਣ ਗਈ ਹੈ ਸੀਰੀਜ਼, ਸਮ ਆਫ ਸੀਰੀਜ਼। ਤਾਂ ਇਹ ਸਾਡੀ ਕੀ ਹੈ ਸੀਰੀਜ਼ ਹੈ ਇਹ ਵਾਲੀ। ਸੋ ਇਸ ਨੂੰ ਦੂਸਰੇ ਫਾਰਮ ਦੇ ਵਿੱਚ ਵੀ ਅਸੀਂ ਲਿਖ ਸਕਦੇ ਹਾਂ, ਸਿਗਮਾ ਵਾਲੀ ਫਾਰਮ ਦੇ ਵਿੱਚ। ਕਿਸ ਤਰ੍ਹਾਂ ਲਿਖ ਸਕਦੇ ਹਾਂ ਅਸੀਂ ਕਿ ਜੀ ਮੈਂ ਸਮ ਕਰਨਾ ਹੈ ਕਿਸ ਦਾ, ਸਮੇਸ਼ਨ n ਸਕੇਅਰ ਦਾ, ਕਿਉਂਕਿ ਇਹ ਸਕੇਅਰਸ ਨੇ ਸਾਰੇ। ਅਤੇ n ਕਿੱਥੋਂ ਕਿੱਥੇ ਤੱਕ ਵੈਲਿਊ ਪੁੱਟ ਕਰ ਸਕਦਾ ਮੈਂ, n ਕੈਨ ਵੀ ਇਕੁਅਲ ਟੂ 1, 1 ਤੋਂ ਲੈ ਕੇ ਨੈਚੁਰਲ ਨੰਬਰ 1 ਤੋਂ ਲੈ ਕੇ ਕਿੱਥੇ ਤੱਕ ਜਾ ਸਕਦਾ ਹੈ, ਮੈਕਸੀਮਮ 5 ਤੱਕ ਜਾ ਸਕਦਾ ਹੈ। ਸੋ ਜੋ ਸਾਡੇ ਪਾਸ ਸੀਰੀਜ਼ ਹੈ, ਜੋ ਸਾਡੀ ਸੀਕੁਐਂਸ ਆ, ਉਹਦੇ ਵਿੱਚ ਅਸੀਂ ਸਾਰੇ ਜੋ n ਚੂਜ਼ ਕਰਦੇ ਹਾਂ ਨੈਚੁਰਲ ਨੰਬਰ n 1 ਤੋਂ ਲੈ ਕੇ ਇਨਫਿਨਿਟੀ ਤੱਕ ਯੂਜ਼ ਕਰ ਸਕਦੇ ਹਾਂ। ਇੱਥੇ ਸਾਡੇ ਪਾਸ 5 ਵੈਲਿਊਜ਼ ਨੇ, ਤਾਂ ਅਸੀਂ ਕੀ ਲਿਆ ਇੱਥੇ 5। ਜੇ ਤਾਂ ਦੇਖੋ ਇਹ ਨੰਬਰ ਆਫ ਟਰਮਸ ਜਿਹੜੀਆਂ ਨੇ ਲਿਮਟਿਡ ਨੇ, ਫਿਕਸ ਨੇ, ਫਿਰ ਤਾਂ ਅਸੀਂ ਇਸ ਨੂੰ ਬੋਲਦੇ ਹਾਂ ਫਿਨਾਈਟ ਸੀਕੁਐਂਸ ਔਰ ਫਿਨਾਈਟ ਸੀਰੀਜ਼। ਦੋ ਵਰਡ ਯੂਜ਼ ਹੁੰਦੇ ਆ। ਫਿਨਾਈਟ, ਫਿਨਾਈਟ ਕਦੋਂ ਯੂਜ਼ ਕਰਨਾ, ਜਦੋਂ ਵੈਲਿਊਜ਼ ਜਿਹੜੀਆਂ ਨੇ ਫਿਕਸ ਨੇ, ਜਿਵੇਂ 5 ਨੇ ਇੱਥੇ, 7 ਨੇ, 15 ਨੇ, 25 ਨੇ, ਉਹਦੇ ਵਿੱਚ ਟਰਮਸ ਜਿਹੜੀਆਂ ਨੇ ਉਹ ਸਾਡੀ ਕੀ ਹੋ ਗਈ ਫਿਨਾਈਟ ਸੀਕੁਐਂਸ ਔਰ ਫਿਨਾਈਟ ਸੀਰੀਜ਼ ਹੋ ਗਈ। ਇਸੇ ਤਰ੍ਹਾਂ ਜੇਕਰ ਸਾਡੇ ਪਾਸ ਇਨਫਿਨਾਈਟ ਟਰਮਸ ਨੇ ਸਾਡੇ ਪਾਸ, ਤਾਂ ਅਸੀਂ ਉਸ ਨੂੰ ਬੋਲਦੇ ਹਾਂ ਇਨਫਿਨਾਈਟ ਸੀਕੁਐਂਸ। ਜਿਸ ਤਰ੍ਹਾਂ ਸਕੇਅਰਸ ਸੀਰੀਜ਼ ਲੈ ਲਈ ਅਸੀਂ ਸਕੇਅਰਸ ਦੀ, ਅਤੇ ਅਸੀਂ ਡਿਟਰਮਿਨ ਨਾ ਕਰੀਏ ਕਿ ਕਿੰਨਾ ਹੈ, ਕਿੰਨੀਆਂ ਵੈਲਿਊਜ਼ ਹੋਣਗੀਆਂ, ਤਾਂ ਦੇਖੋ ਇਹ ਅਨਲਿਮਿਟਡ ਚਲੇ ਜਾਣਗੀਆਂ। 25 ਤੋਂ ਬਾਅਦ 36 ਆ ਜਾਏਗਾ, 49 ਆ ਜਾਏਗਾ, 81 ਆ ਜਾਏਗਾ, ਸੋ ਔਨ ਚੱਲਦਾ ਹੀ ਚਲੇ ਜਾਏਗਾ। ਠੀਕ ਹੈ, ਅਤੇ ਉਹ ਸਾਡੀ ਹੋ ਗਈ ਹੈ ਇਨਫਿਨਾਈਟ, ਉਹ ਹੋ ਗਈ ਸਾਡੀ ਇਨਫਿਨਾਈਟ ਸੀਕੁਐਂਸ। ਸੋ ਦੋਸਤੋ ਜਿਹੜੀ ਸੀਕੁਐਂਸ ਅਸੀਂ ਗੱਲ ਕਰ ਰਹੇ ਹਾਂ, ਸੋ ਸੀਕੁਐਂਸ ਦੀ ਅਸੀਂ ਕੋਈ ਜੇਕਰ ਸਾਡੇ ਕੋਈ ਅਸੀਂ ਫਾਰਮੂਲਾ ਡਿਵੈਲਪ ਕਰ ਸਕੀਏ, ਲਾਈਕ ਪ੍ਰੋਗਰੈਸ਼ਨ ਦੀ ਜਿਵੇਂ ਗੱਲ ਕਰਦੇ ਸੀ, ਸੋ ਹੋ ਸਕਦਾ ਕੋਈ ਅਸੀਂ ਜਰਨਲ ਫਾਰਮ ਲਿਖ ਸਕੀਏ, ਹੋ ਸਕਦਾ ਨਾ ਲਿਖ ਸਕੀਏ ਨਾ, ਹੋ ਸਕਦਾ ਸਾਨੂੰ ਵਰਬਲ ਕੋਈ ਲੌਜਿਕ ਦੇਣਾ ਪਵੇ। ਲਾਈਕ ਅਸੀਂ ਪ੍ਰਾਈਮ ਦੇ ਵਿੱਚ ਜਿਵੇਂ ਵਰਬਲ ਦੀ ਗੱਲ ਕੀਤੀ ਸੀ ਕਿ ਲੌਜਿਕ, ਇਹਦੇ ਵਿੱਚ ਅਸੀਂ ਕੇਵਲ ਵਰਬਲ ਸਟੇਟਮੈਂਟ ਹੀ ਦੇ ਸਕਦੇ ਹਾਂ ਕਿ ਇਹ ਕੀ ਹੈ ਸਾਡੇ ਪਾਸ ਸੀਕੁਐਂਸ ਆਫ ਪ੍ਰਾਈਮਸ ਹੈ। ਸੋ ਇਹਦੇ ਵਿੱਚ ਅਸੀਂ ਵਰਬਲ ਲੌਜਿਕ ਦਿੱਤਾ ਹੈ, ਕੋਈ ਫਾਰਮੂਲਾ ਡਿਵੈਲਪ ਨਹੀਂ ਕਰ ਸਕਦੇ ਅਸੀਂ। ਸੋ ਜਿਹੜਾ ਇਹ ਸੀਕੁਐਂਸ ਆਫ ਪ੍ਰਾਈਮਸ ਨੇ, ਇਹਦੇ ਵਿੱਚ ਮੈਂ ਕੋਈ ਇਸ ਦੀ ਜਰਨਲ ਫਾਰਮ ਨਹੀਂ ਲਿਖ ਸਕਦਾ ਕਿ ਜਿਹੜਾ ਨੈਕਸਟ ਨੰਬਰ ਆਏਗਾ ਕਿਸ ਫਾਰਮ ਨੂੰ ਫੋਲੋ ਕਰੇਗਾ। ਜਾਂ ਜਿਵੇਂ ਕਹ ਲਓ ਕੋਈ ਹੋਰ ਸੀਕੁਐਂਸ ਲਿਖ ਲਵਾਂ, ਲਾਈਕ 2 4 6 8 10 ਸੋ ਔਨ। ਇੱਕ ਸੀਕੁਐਂਸ ਹੈ ਸਾਡੇ ਪਾਸ, ਨੋ ਡਾਊਟ ਪ੍ਰੋਗਰੈਸ਼ਨ ਵੀ ਹੈ, ਬਟ ਪਹਿਲਾਂ ਸੀਕੁਐਂਸ ਹੈ। ਸੋ ਸੀਕੁਐਂਸ ਹੈ, ਇਸ ਦੀ ਜਰਨਲ ਫਾਰਮ ਮੈਂ ਕਿਸ ਤਰ੍ਹਾਂ ਲਿਖ ਸਕਦਾ ਹੈ ਕਿ ਇਹ ਕਿਸ ਫਾਰਮ ਦੇ ਵਿੱਚ ਹੈ। ਇਹ ਮੈਂ ਲਿਖ ਸਕਦਾ ਕਿ ਇਹ ਤਾਂ nth ਟਰਮ ਜਿਹੜੀ ਹੋਏਗੀ 2 × n ਕਰਕੇ ਫਾਈਂਡ ਕਰ ਸਕਦੇ ਹਾਂ। ਫਿਰ n ਇਜ਼ ਅ ਨੈਚੁਰਲ ਨੰਬਰ, n ਜਿਹੜਾ ਹੈ ਨੈਚੁਰਲ ਨੰਬਰ ਹੈ, 1 ਤੋਂ ਸਟਾਰਟ ਹੋਏਗਾ ਇਹ। ਸੋ ਇਹਦੀ ਡੋਮੇਨ ਕੀ ਹੈ ਸਾਡੇ ਪਾਸ, ਜਿਹੜੀ ਸੀਕੁਐਂਸ ਦੀ ਡੋਮੇਨ ਹੁੰਦੀ ਹੈ ਉਹ ਕੀ ਹੁੰਦੀ ਹੈ, ਨੈਚੁਰਲ ਨੰਬਰ ਹੁੰਦੀ ਹੈ। ਡੋਮੇਨ ਤੋਂ ਭਾਵ ਹੈ ਕਿਹੜੀਆਂ ਵੈਲਿਊਜ਼ ਅਸੀਂ ਇਹਦੇ ਵਿੱਚ ਪੁੱਟ ਕਰ ਸਕਦੇ ਹਾਂ, ਨੈਚੁਰਲ ਨੰਬਰਸ ਅਸੀਂ ਪੁੱਟ ਕਰ ਸਕਦੇ ਹਾਂ ਇਹਦੇ ਵਿੱਚ, ਕਿਉਂਕਿ ਫਸਟ ਪੋਜੀਸ਼ਨ ਹੈ, ਸੈਕਿੰਡ ਹੈ, ਥਰਡ ਹੈ, ਫੋਰਥ ਹੈ, ਫਿਫਥ ਹੈ, ਤਾਂ ਸਾਨੂੰ n ਜਿਹੜਾ ਹੈ ਨੈਚੁਰਲ ਨੰਬਰ ਹੀ ਲੈਣਾ ਪਏਗਾ, ਫਸਟ ਤੋਂ ਸਟਾਰਟ ਕਰ ਰਹੇ ਹਾਂ ਅਸੀਂ। ਸੋ ਇਹ ਜਿਹੜੀ ਜੇ ਸਾਡੇ ਪਾਸ ਜਰਨਲ ਫਾਰਮ ਹੈ, ਤਾਂ ਇਹਦੇ ਵਿੱਚੋਂ ਅਸੀਂ ਕੋਈ ਵੀ ਇਹਦੀ ਜਿਹੜੀ nth ਟਰਮ ਹੈ ਫਾਈਂਡ ਕਰ ਸਕਦੇ ਹਾਂ। ਜਿਹੜੀ ਸਾਡੀ ਐਕਸਰਸਾਈਜ਼ 9.1 ਹੈ ਉਹ ਸਾਰੀ ਇਸ 'ਤੇ ਹੀ ਬੇਸਡ ਹੈ, ਸਾਨੂੰ ਜਰਨਲ ਫਾਰਮਸ ਗਿਵਨ ਨੇ, ਅਤੇ ਇਹਦੇ ਦੇ ਵਿੱਚੋਂ ਅਸੀਂ ਜਿਹੜੀ ਸੀਕੁਐਂਸ ਹੈ ਡਿਵੈਲਪ ਕਰਨੀ ਹੈ, 4 to 5 ਟਰਮਸ ਅਸੀਂ ਉਸ ਦੀਆਂ ਡਿਵੈਲਪ ਕਰਨੀਆਂ ਨੇ। ਅਤੇ ਇੱਕ ਫੇਮਸ ਜਿਹੜੀ ਸਾਡੇ ਪਾਸ ਸੀਕੁਐਂਸ ਆ ਉਹ ਹੈ ਫਿਬੋਨਾਕੀ। ਤਾਂ ਉਹਦੇ ਵਿੱਚ ਕੀ ਹੈ ਸਾਡੇ ਪਾਸ, ਉਹ 1 ਤੋਂ ਸਟਾਰਟ ਹੁੰਦੀ ਹੈ, ਫਸਟ ਦੋ ਐਲੀਮੈਂਟਸ ਉਹਦੇ 1 1 ਹੈ, ਅਤੇ ਜਿਹੜੀ ਨੈਕਸਟ ਟਰਮ ਆ ਸਾਡੇ ਪਾਸ ਇਹ ਬੜੀ ਫੇਮਸ ਹੈ, ਉਹ ਦੋ ਨੂੰ ਐਡ ਕਰਕੇ ਪ੍ਰਾਪਤ ਹੁੰਦੀ ਹੈ। 1 + 1 = 2, 2 + 1 = 3, 3 + 2 = 5, 3 + 5 = 8 ਸੋ ਔਨ। ਸੋ ਅਸੀਂ ਪਹਿਲੀਆਂ ਵਾਲੀਆਂ ਦੋ ਐਡ ਕਰਨੀਆਂ ਨੇ, ਅਤੇ ਇਹਨਾਂ ਦੇ ਨਾਲ ਕੀ ਮਿਲਦੀ ਹੈ ਸਾਨੂੰ, ਨੈਕਸਟ ਜਿਹੜੀ ਟਰਮ ਹੈ ਉਹ ਆਉਂਦੀ ਹੈ ਸਾਡੇ ਪਾਸ। ਇਸੇ ਤਰ੍ਹਾਂ 1 'ਤੇ 2 ਐਡ ਕਰਿਆ 3, 3 'ਤੇ 2 ਐਡ ਕਰਿਆ 5, 5 'ਤੇ 3 ਐਡ ਕਰਿਆ 8, 8 + 5 = 13। ਇਹ ਬੜੀ ਫੇਮਸ ਹੈ, ਤੁਸੀਂ ਇਹਨੂੰ ਨੈੱਟ 'ਤੇ ਸਰਚ ਕਰ ਸਕਦੇ ਹੋ ਕਿ ਨੇਚਰ ਦੇ ਵਿੱਚ ਜਿੰਨੀਆਂ ਵੀ ਸਾਡੇ ਪਾਸ ਮੋਸਟਲੀ ਚੀਜ਼ਾਂ ਨੇ, ਨੇਚਰ ਹੈ ਉਹ ਇਸ ਸੀਕੁਐਂਸ ਦੇ ਵਿੱਚ ਕੰਮ ਕਰਦੀ ਹੈ। ਸੋ ਇਹ ਬੜੀ ਵਧੀਆ ਸੀਕੁਐਂਸ ਹੈ ਇੱਕ ਬੜੀ। ਸੋ ਜਿਹੜੀ ਇੱਦਾਂ ਦੀ ਸੀਕੁਐਂਸ ਹੈ, ਇਹਦੇ ਵਿੱਚ ਸਾਡੇ ਪਾਸ ਜਿਹੜਾ ਅਸੀਂ ਜਰਨਲ ਫਾਰਮ ਬਣਾਉਂਦੇ ਹਾਂ, ਇਹਦੇ ਵਿੱਚ ਅਸੀਂ ਡਾਇਰੈਕਟਲੀ ਕੋਈ nth ਟਰਮ ਨਹੀਂ ਫਾਈਂਡ ਕਰ ਪਾਉਂਦੇ, ਕਿਉਂ ਜੇ ਇਹਦੀ ਅਸੀਂ ਜਰਨਲ ਫਾਰਮ ਲਿਖੀਏ ਇਸ ਫਿਬੋਨਾਕੀ ਦੇ ਵਾਸਤੇ, ਤਾਂ ਇਹ ਕਿਸ ਤਰ੍ਹਾਂ ਸਾਡੇ ਪਾਸ ਆਉਂਦੀ ਹੈ, an ਕਿਸ ਤਰ੍ਹਾਂ ਆਉਂਦਾ ਹੈ, ਤਾਂ ਅਸੀਂ an ਵਾਸਤੇ ਇੱਕ ਇਸ ਤੋਂ ਪਹਿਲਾਂ ਵਾਲੀ ਟਰਮ ਐਡ ਕਰ ਰਹੇ ਹਾਂ, ਅਤੇ ਇਸ ਤੋਂ 2 ਸਟੈਪ ਪਹਿਲਾਂ ਵਾਲੀ ਟਰਮ ਐਡ ਕਰ ਰਹੇ ਹਾਂ। ਲਾਈਕ ਜੇ ਮੈਂ 8
ਫਾਈਂਡ ਕੀਤਾ ਹੈ ਤਾਂ ਮੈਂ ਇਹ ਵਾਲੇ 2 ਨੰਬਰ ਐਡ ਕੀਤੇ ਨੇ, ਇੱਕ n-1 ਇੱਕ n-2 ਐਡ ਕੀਤਾ ਹੈ। ਸੋ ਜੇ ਮੈਂ ਗੱਲ ਕਰਾਂ ਤਾਂ ਇੱਥੇ n ਕੀ ਹੋ ਸਕਦਾ ਹੈ, n ਕਿੱਥੋਂ ਸਟਾਰਟ ਹੋਏਗਾ। ਜੇ ਮੈਂ 1 ਲਵਾਂਗਾ ਤਾਂ a 0 ਬਣ ਜਾਏਗਾ, ਇਹ 1 ਮਾਈਨਸ ਚਲੇ ਜਾਏਗਾ। ਸੋ n ਜਿਹੜਾ ਹੈ ਸਟ੍ਰਿਕਟਲੀ ਗ੍ਰੇਟਰ ਦੈਨ 2 ਹੋਣਾ ਚਾਹੀਦਾ, 2 ਤੋਂ ਬਾਅਦ ਹੀ ਸਟਾਰਟ ਹੋਏਗਾ, ਕਿਉਂਕਿ ਫਸਟ 2 ਟਰਮ ਸਾਡੇ ਪਾਸ ਫਿਕਸ ਨੇ, a1 1 ਹੈ ਅਤੇ a2 ਵੀ ਕੀ ਹੈ 1 ਹੈ। ਸੋ ਜਦੋਂ ਮੈਂ ਇੱਥੇ n ਕੀ ਪੁੱਟ ਕਰਾਂਗਾ 3 ਮਾਈਨਸ 1 ਕੀ ਬਣੇਗਾ 2, 3 ਮਾਈਨਸ 2 ਕੀ ਬਣੇਗਾ a1। ਸੋ a3 ਕੀ ਆਏਗੀ ਸਾਡੇ ਪਾਸ 1 + 1 ਇਜ਼ ਇਕੁਅਲ ਟੂ 2, ਇਹ ਸਾਡੀ ਥਰਡ ਟਰਮ ਕੀ ਬਣੇਗੀ 2 ਬਣੇਗੀ। ਸੋ ਇੱਦਾਂ ਦੇ ਕੇਸ ਦੇ ਵਿੱਚ ਅਸੀਂ ਡਾਇਰੈਕਟਲੀ ਕੋਈ ਸਪੋਜ਼ ਮੈਂ ਕਹਿ ਦਿਆਂ ਜੀ 15th ਟਰਮ ਫਾਈਂਡ ਕਰੋ। ਸੋ ਮੈਂ ਇੱਥੇ n ਜੇ 15 ਪੁੱਟ ਕਰ ਵੀ ਦਊਂਗਾ ਤਾਂ ਮੈਨੂੰ ਇੱਥੇ 14th ਟਰਮ ਪਤਾ ਚਾਹੀਦੀ ਹੈ ਅਤੇ ਇੱਥੇ 13th ਟਰਮ ਪਤਾ ਚਾਹੀਦੀ ਹੈ। ਸੋ ਇੱਦਾਂ ਦੀ ਜਿਹੜੀ ਸੀਕੁਐਂਸ ਆ ਉਹਦੇ ਵਿੱਚ ਅਸੀਂ ਸਟੈਪ ਬਾਏ ਸਟੈਪ ਹੀ ਮੂਵ ਔਨ ਹੋ ਸਕਦੇ ਹਾਂ, ਡਾਇਰੈਕਟਲੀ ਕੋਈ ਇਸ ਤਰ੍ਹਾਂ 15th 18th ਟਰਮ ਨਹੀਂ ਫਾਈਂਡ ਕਰ ਸਕਦੇ, ਜਿਹੜੀ ਕਿ ਜਿਸ ਦੀ ਜਰਨਲ ਫੋਰਮ ਦੇ ਵਿੱਚ nth ਟਰਮ ਜਿਹੜੀ ਹੈ ਉਹ ਬਾਕੀ ਦੀਆਂ ਟਰਮਾਂ ਦੇ ਉੱਪਰ ਡਿਪੈਂਡ ਕਰਦੀ ਹੋਵੇ। ਸੋ ਮੈਂ ਜ਼ਰੂਰ ਤੁਹਾਨੂੰ ਕਹਾਂਗਾ ਕਿ ਇਸ ਸੀਕੁਐਂਸ ਬਾਰੇ ਤੁਹਾਨੂੰ ਨੈੱਟ 'ਤੇ ਜਾ ਕੇ ਜ਼ਰੂਰ ਸਰਚ ਕਰਨੀ ਚਾਹੀਦੀ ਹੈ, ਸਾਇੰਸ ਸਟੂਡੈਂਟਸ ਨੂੰ ਤਾਂ ਖਾਸ ਕਰਕੇ। ਇਹ ਬੜੀ ਵਧੀਆ ਸੀਕੁਐਂਸ ਹੈ, ਫਿਬੋਨਾਕੀ ਸੀਕੁਐਂਸ ਹੈ ਜਿਹੜੀ ਇਹ ਸਾਡੀ। ਨੇਚਰ ਦੇ ਵਿੱਚ ਜਿਹੜੇ ਸਪਾਇਰਲਸ ਨੇ ਜਾਂ ਸਾਡੀ ਇੱਕ ਬੜੀ ਫੇਮਸ ਪੇਂਟਿੰਗ ਹੈ ਮੋਨਾਲੀਜ਼ਾ ਦੀ, ਉਹ ਸਾਰੀ ਇਹਦੇ ਓਰੀਐਂਟਡ ਹੈ, ਫਿਬੋਨਾਕੀ ਸੀਰੀਜ਼ ਦੇ ਓਰੀਐਂਟਡ ਹੈ। ਸੋ ਦੋਸਤੋ ਐਕਸਰਸਾਈਜ਼ 9.1 ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਅਤੇ ਰੈਗੂਲਰ ਅਪਡੇਟਸ ਜੋ ਨੇ ਮਿਲਦੇ ਰਹਿਣ। ਉਮੀਦ ਹੈ ਤੁਹਾਨੂੰ ਸੀਕੁਐਂਸ, ਪ੍ਰੋਗਰੈਸ਼ਨਸ ਅਤੇ ਸੀਰੀਜ਼ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਸਮਝ ਆਇਆ ਹੋਊਗਾ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਬਾਕੀ ਸਾਥੀਆਂ ਦੇ ਨਾਲ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਕੁਐਸਚਨ ਨੰਬਰ ਜਿਹੜਾ 1 ਹੈ ਸਾਡੇ ਪਾਸ, ਫਸਟ ਜਿਹੜੇ ਸਾਡੇ ਪਾਸ 5 to 6 ਕੁਐਸਚਨ ਨੇ, ਉਸ ਦੇ ਵਿੱਚ ਅਸੀਂ ਫਸਟ 5 ਟਰਮਸ ਲਿਖਣੀਆਂ ਨੇ ਈਚ ਸੀਕੁਐਂਸ ਦੀਆਂ, ਅਤੇ nth ਟਰਮ ਜਰਨਲ ਟਰਮ ਸਾਨੂੰ ਗਿਵਨ ਹੈ। ਸੋ ਸਾਨੂੰ ਪਤਾ ਹੈ ਕਿ ਕਿਸੇ ਵੀ ਸੀਕੁਐਂਸ ਵਾਸਤੇ ਸਾਡੇ ਪਾਸ ਜੋ n ਹੈ ਦੈਟ ਇਜ਼ ਅ ਨੈਚੁਰਲ ਨੰਬਰ। ਸੋ n ਜਿਹੜਾ ਹੈ ਨੈਚੁਰਲ ਨੰਬਰ ਹੈ, ਬਿਲੋਂਗਸ ਟੂ n। ਸੋ ਫਸਟ ਵੈਲਿਊ ਅਸੀਂ ਕਿੱਥੋਂ ਸ਼ੁਰੂ ਕਰਨੀ ਹੈ 1 2 3 4 5 ਇਸ ਤਰ੍ਹਾਂ, ਬਸ਼ਰਤੇ ਕਿ ਸਾਨੂੰ n ਵਾਸਤੇ ਕੋਈ ਕੰਡੀਸ਼ਨ ਜਿਹੜੀ ਉਹ ਨਾ ਦਿੱਤੀ ਹੋਈ ਹੋਵੇ। ਕਈ ਵਾਰ ਬ੍ਰੈਕਟ ਦੇ ਵਿੱਚ ਸਾਨੂੰ n ਦੀ ਕੰਡੀਸ਼ਨ ਜਿਹੜੀ ਦਿੱਤੀ ਹੁੰਦੀ ਹੈ। ਸੋ ਇਹਦੇ ਵਿੱਚ ਜੇਕਰ ਮੈਂ ਫਸਟ a1 ਫਾਈਂਡ ਕਰਨਾ ਹੋਵੇ ਫਸਟ ਟਰਮ, ਤਾਂ ਮੈਂ n1 ਪੁੱਟ ਕਰ ਦੇਣਾ ਇੱਥੇ। ਸੋ ਇਹ ਕੀ ਬਣ ਜਾਏਗਾ 1 × 1 + 2 ਇਜ਼ 3, ਸੋ ਦੈਟ ਇਜ਼ ਇਕੁਅਲ ਟੂ 3। ਇਹ ਸਾਡਾ a1 ਆ ਗਿਆ, ਫਸਟ ਟਰਮ ਆ ਗਈ ਸਾਡੀ। ਸੋ ਜੇਕਰ ਮੈਂ a2 ਫਾਈਂਡ ਕਰਨਾ, ਦੇਖੋ ਡਾਇਰੈਕਟਲੀ ਫਾਈਂਡ ਕਰ ਸਕਦੇ ਹਾਂ, n ਨੂੰ ਰਿਪਲੇਸ ਕਰਨਾ 2 ਦੇ ਨਾਲ, 2 + 2, ਸੋ 2 × 2 + 2 ਇਜ਼ 4, 4 2 ਇਜ਼ 8। ਸੋ ਇਹ ਕੀ ਆ ਗਿਆ ਮੇਰੇ ਪਾਸ a2 ਆ ਗਿਆ। ਇਸੇ ਤਰ੍ਹਾਂ ਜੇਕਰ ਅਸੀਂ a3 ਥਰਡ ਟਰਮ ਫਾਈਂਡ ਕਰਨੀ ਹੈ, ਸੋ n ਨੂੰ ਰਿਪਲੇਸ ਕਰ ਦੇਣਾ 3 ਦੇ ਨਾਲ, 3 + 2, ਸੋ ਦੈਟ ਇਜ਼ ਇਕੁਅਲ ਟੂ 3 × 5 ਇਜ਼ ਇਕੁਅਲ ਟੂ 15। ਇਹ ਸਾਡਾ ਹੋ ਗਿਆ a3। ਇਸੇ ਤਰ੍ਹਾਂ ਅਸੀਂ a4 ਫਾਈਂਡ ਕਰ ਸਕਦੇ ਹਾਂ। ਸੋ a4 ਵਾਸਤੇ ਅਸੀਂ n ਕੀ ਪੁੱਟ ਕਰਨਾ ਹੈ 4 ਪੁੱਟ ਕਰਨਾ ਹੈ, 4 × 4 + 2 ਜਿਹੜਾ n ਹੈ ਉਸ ਨੂੰ ਅਸੀਂ ਰਿਪਲੇਸ ਕੀਤਾ 4 ਦੇ ਨਾਲ। ਸੋ 4 × ਕੀ ਹੋ ਗਿਆ ਸਾਡੇ ਪਾਸ 6, ਦੈਟ ਇਜ਼ ਇਕੁਅਲ ਟੂ 24, ਅਤੇ a5 ਕੀ ਹੋਏਗਾ ਸਾਡੇ ਪਾਸ 5 × 5 + 2 ਦੈਟ ਇਜ਼ ਇਕੁਅਲ ਟੂ 5 × 7 ਇਜ਼ 35। ਸੋ ਇਹ ਕਾਫੀ ਈਜ਼ੀ ਹੈ। ਇਹ ਵਾਲਾ ਜਿਹੜਾ ਕੰਸੈਪਟ ਹੈ ਤੁਸੀਂ 10th ਕਲਾਸ ਦੇ ਵਿੱਚ ਅਰਿਥਮੈਟਿਕ ਪ੍ਰੋਗਰੈਸ਼ਨ ਦੇ ਵਿੱਚ ਕਰ ਚੁੱਕੇ ਹੋ, ਜਿੱਥੇ ਅਸੀਂ ਫਸਟ ਟਰਮ, ਸੈਕੰਡ ਟਰਮ ਦੇ ਥਰਡ ਟਰਮ ਫਾਈਂਡ ਕਰਦੇ ਹਾਂ। ਸੋ ਇਸ ਦੇ ਕੁਝ ਪਾਰਟਸ ਨੇ, ਆਪਾਂ ਉਹ ਕਰ ਲੈਂਦੇ ਹਾਂ। ਸੋ ਸੈਕੰਡ ਪਾਰਟ ਦੇ ਵਿੱਚ ਸਾਡੇ ਪਾਸ an ਇਜ਼ ਇਕੁਅਲ ਟੂ n/n + 1। ਸੋ n ਸਾਡੇ ਪਾਸ ਕੀ ਹੈ ਨੈਚੁਰਲ ਨੰਬਰ। ਸੋ a1 ਫਾਈਂਡ ਕਰਨਾ, ਸੋ n ਅਸੀਂ ਕੀ ਪੁੱਟ ਕਰ ਦਿੰਦੇ ਹਾਂ 1। ਸੋ 1/1 + 1 ਦੈਟ ਇਜ਼ ਇਕੁਅਲ ਟੂ 1/2। ਈਜ਼ੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸੈਕੰਡ ਟਰਮ ਫਾਈਂਡ ਕਰਨੀ ਹੈ, n ਦੀ ਜਗ੍ਹਾ 'ਤੇ ਅਸੀਂ 2 ਪੁੱਟ ਕਰ ਦਿੰਦੇ ਹਾਂ, 2 + 1 ਦੈਟ ਇਜ਼ ਇਕੁਅਲ ਟੂ 2/3। ਥਰਡ ਟਰਮ ਫਾਈਂਡ ਕਰਨੀ ਹੈ, ਦੈਟ ਇਜ਼ ਇਕੁਅਲ ਟੂ n ਦੀ ਜਗ੍ਹਾ 'ਤੇ ਅਸੀਂ 3 ਪੁੱਟ ਕੀਤਾ ਹੈ, n ਤਾਂ 3/3 + 1 ਦੈਟ ਇਜ਼ ਇਕੁਅਲ ਟੂ 3/4। ਸੋ ਫੋਰਥ ਟਰਮ ਕੀ ਹੋਏਗੀ ਸਾਡੇ ਪਾਸ 4/4 + 1 ਇਜ਼ ਇਕੁਅਲ ਟੂ 4/5। ਇਸੇ ਤਰ੍ਹਾਂ ਫਿਫਥ ਟਰਮ ਸਾਡੇ ਪਾਸ ਕੀ ਹੈ, n ਨੂੰ ਰਿਪਲੇਸ ਕਰਨਾ ਸੀ 5 ਦੇ ਨਾਲ, 5/5 + 1 ਦੈਟ ਇਜ਼ 5/6। ਸੋ ਬੜਾ ਈਜ਼ੀ ਹੈ। ਸੋ ਜਿੱਥੇ n ਸੀ ਅਸੀਂ n ਨੂੰ ਰਿਪਲੇਸ ਕੀਤਾ ਹੈ, ਉਹਦੀ ਜਿਹੜਾ ਰਿਸਪੈਕਟਿਵ ਟਰਮ ਅਸੀਂ ਫਾਈਂਡ ਕੀਤੀ ਹੈ। ਜੇ ਫਸਟ ਫਾਈਂਡ ਕੀਤਾ ਤਾਂ 1 ਦੇ ਨਾਲ, ਜੇ ਸੈਕੰਡ ਫਾਈਂਡ ਕੀਤੀ ਹੈ ਤਾਂ 2 ਦੇ ਨਾਲ। ਸੋ ਔਨ ਇਸੇ ਤਰ੍ਹਾਂ ਅਸੀਂ ਰਿਪਲੇਸ ਕਰਦੇ ਜਾਵਾਂਗੇ।
थर्ड पार्ट साढ़े पास है ए एन इज़ इक्वल टू 2 रेज़ टू पावर एन। सो असी फस्ट टर्म फाइंड करनी है तो एन ਨੂੰ ਅਸੀਂ ਕੀ ਵਰ ਦਾਂਗੇ 1। सो 2 रेज़ टू पावर 1 इज़ 2। सैकेंड टर्म फाइंड करनी है तो एन ਨੂੰ रिप्लेस करना ਅਸੀਂ 2 ਦੇ ਨਾਲ। 2 ਸਕੇਅਰ ਕੀ ਹੁੰਦਾ ਸਾਡੇ ਪਾਸ 2 × 2 ਕੀ ਹੁੰਦਾ ਸਾਡੇ ਪਾਸ 4। ਇਸੇ ਤਰ੍ਹਾਂ ਥਰਡ ਟਰਮ ਆਫ ਦਾ ਸੀਕੁਐਂਸ ਲਈ ਐਨ ਨੂੰ ਰਿਪਲੇਸ ਕਰ ਦਿਓ 3 ਦੇ ਨਾਲ। 2 ਦਾ ਕਿਊਬ ਸਾਡੇ ਪਾਸ ਕੀ ਹੁੰਦਾ ਹੈ 8 ਹੁੰਦਾ ਹੈ। ਏ ਫੋਰਥ ਦੇ ਲਈ ਅਸੀਂ 2 ਰੇਜ਼ ਟੂ ਪਾਵਰ ਇਸ ਐਨ ਨੂੰ ਰਿਪਲੇਸ ਕਰਨਾ ਅਸੀਂ 4 ਦੇ ਨਾਲ। ਸੋ 2 × 2 × 2 × 2 ਦੈਟ ਇਜ਼ ਇਕੁਅਲ ਟੂ 16 ਅਤੇ ਏ 5 ਇਹ ਤੁਸੀਂ ਪਲੀਜ਼ ਖੁਦ ਫਾਈਂਡ ਕਰ ਲਿਓ 32 ਆਨਸਰ ਤੁਹਾਡਾ ਆਏਗਾ। ਸੋ ਇਸ ਨੂੰ 5 ਟਾਈਮਸ ਲਿਖਣਾ ਆਪਾਂ ਨੇ 2 × 2 × 2। ਦੋਸਤੋ ਕੁਐਸਚਨ ਈਜ਼ੀ ਨੇ ਬਟ ਕਈ ਸਟੂਡੈਂਟ ਜਿਹੜੇ ਨੇ ਕੁਐਸਚਨਸ ਨੂੰ ਦੀ ਡਿਮਾਂਡ ਕਰਦੇ ਨੇ ਕਿ ਇਹ ਕੁਐਸਚਨ ਕਿਉਂ ਨਹੀਂ ਸੋਲਵ ਕੀਤਾ ਤਾਂ ਤੁਹਾਡੇ ਉਹਨਾਂ ਸਟੂਡੈਂਟਸ ਦੀ ਕਨਵੀਨੀਅੰਸ ਦੇ ਲਈ ਮੈਂ ਸੋਲਵ ਕਰ ਰਿਹਾ। ਅਦਰਵਾਈਜ਼ ਮੈਂ ਐਕਸਪੈਕਟ ਕਰਦਾ ਕਿ ਤੁਸੀਂ ਸਾਰੇ ਜਿਹੜੇ ਇਸ ਨੂੰ ਸੋਲਵ ਕਰ ਸਕਦੇ ਹੋ। ਐਨ ਦੀ ਜਗ੍ਹਾ 'ਤੇ ਕੀ ਭਰਨਾ ਅਸੀਂ 1 ਫਸਟ ਟਰਮ 2 × 1 ਜੇਕਰ ਕੋਈ ਸਾਈਨ ਨਹੀਂ ਹੈ ਤਾਂ ਮਲਟੀਪਲਾਈ -3/6। ਸੋ ਇਹ ਕੀ ਬਣੇਗਾ 2 -3/6। ਸੋ ਆਨਸਰ ਕੀ ਆਉਂਦਾ ਸਾਡੇ ਪਾਸ -1/6। ਸੋ ਇਹ ਸੈਕਿੰਡ ਅਸੀਂ ਦੂਸਰੀ ਟਰਮ ਫਾਈਂਡ ਕਰਨੀ ਹੈ ਤਾਂ ਐਨ ਦੀ ਜਗ੍ਹਾ 'ਤੇ ਅਸੀਂ 2 × 2 -3/6। ਸੋ 2 × 2 ਇਜ਼ 4 -3/6 ਦੈਟ ਇਜ਼ ਇਕੁਅਲ ਟੂ +1/6। ਸੋ ਥਰਡ ਟਰਮ ਦੇ ਲਈ ਐਨ ਦੀ ਜਗ੍ਹਾ 'ਤੇ ਅਸੀਂ ਪੁੱਟ ਕਰ ਦਿਆਂਗੇ 3 2 × 3 -3/6 that is 6 -3/6 is equal to 3/6 ਤੁਸੀਂ ਕੈਂਸਲ ਆਊਟ ਕਰ ਸਕਦੇ ਹੋ that is 1/2। ਸੋ ਫੋਰਥ ਟਰਮ that is 2 × 4 -3/6 is equal to 8 -3/6 that is equal to 5/6। ਇਸੇ ਤਰ੍ਹਾਂ ਜੇਕਰ ਅਸੀਂ ਫਿਫਥ ਟਰਮ ਫਾਈਂਡ ਕਰਨੀ ਹੈ ਸੋ ਐਨ ਨੂੰ ਰਿਪਲੇਸ ਕਰਨਾ 5 ਦੇ ਨਾਲ। ਸੋ ਦੈਟ ਇਜ਼ 5 × 2 ਬੋਰਡ ਮਾਸ ਲੱਗੇਗਾ ਸਾਡਾ 10 -3/6 ਦੈਟ ਇਜ਼ ਇਕੁਅਲ ਟੂ 7/6। ਸੋ ਸਾਡੀਆਂ ਜਿਹੜੀਆਂ 5 ਟਰਮਸ ਨੇ ਫਾਈਂਡ ਹੋ ਗਈਆਂ ਨੇ। ਸੋ ਜਿਹੜਾ ਪਾਰਟ 5 ਹੈ ਇਹ ਥੋੜ੍ਹਾ ਜਿਹਾ ਕੰਪਲੈਕਸ ਜਿਹਾ ਕੁਐਸਚਨ ਹੈ। ਸੋ ਅਸੀਂ A1 ਫਾਈਂਡ ਕਰਨਾ ਫਸਟ ਟਰਮ। So put n is equal to 1 -1 raised to power 1 -1 into 5 raised to power 1 + 1। ਸੋ ਇਹ ਸਾਡੇ ਪਾਸ ਕੀ ਆ ਜਾਂਦਾ ਹੈ -1 raised to power 0 into 5 raised to power 2। so anything raised to power 0 is 1 into 5 square is 25। so 1 into 25 is 25। ਸੋ ਇਹ ਸਾਡੀ ਫਸਟ ਟਰਮ ਹੋ ਗਈ ਹੈ A1। ਇਸੇ ਤਰ੍ਹਾਂ ਸੈਕੰਡ ਟਰਮ ਦੇ ਲਈ ਅਸੀਂ n ਨੂੰ ਰਿਪਲੇਸ ਕਰਦੇ ਹਾਂ 2 ਦੇ ਨਾਲ -1 raised to power 2 -1 into 5 raised to power 2 + 1। ਸੋ ਆਨਸਰ ਕੀ ਆਉਂਦਾ ਸਾਡੇ ਪਾਸ -1 raised to power 1 into 5 raised to power 3। ਸੋ -1 ਦਾ ਤਾਂ -1 ਹੋ ਜਾਏਗਾ ਪਾਵਰ ਮਲਟੀਪਲਾਈ 5 raised to power 3 5 ਕਿਊਬ ਇਜ਼ 125। ਸੋ ਆਨਸਰ ਆ ਗਿਆ -125। ਸੋ ਇਹ ਸਾਡੀ ਹੋ ਗਈ ਸੈਕੰਡ ਟਰਮ। ਸੋ ਥਰਡ ਟਰਮ ਦੇ ਲਈ ਅਸੀਂ n ਨੂੰ ਰਿਪਲੇਸ ਕਰਨਾ 3 ਦੇ ਨਾਲ। ਸੋ -1 raised to power 3 -1 into 5 raised to power 3 + 1। ਸੋ ਦਿਸ ਇਜ਼ ਇਕੁਅਲ ਟੂ -1 ਸਕੇਅਰ into 5 raised to power 4। ਸੋ -1 ਸਕੇਅਰ ਕੀ ਹੁੰਦਾ +1 ਅਤੇ 5 raised to power 4 means 5 × 5 × 5 × 5। so this equals A3 is equal to 625। 5 5 25 25 25 ਦਾ 625। ਸੋ ਇਸੇ ਤਰ੍ਹਾਂ ਅਸੀਂ A4 ਵੀ ਫਾਈਂਡ ਕਰ ਸਕਦੇ ਹਾਂ। ਪੁੱਟ n is equal to 4। n ਨੂੰ ਅਸੀਂ ਰਿਪਲੇਸ ਕਰਤਾ ਹੈ 4 ਦੇ ਨਾਲ। ਸੋ -1 raised to power 4 -1 into 5 raised to power 4 + 1। ਸੋ -1 ਦੀ ਪਾਵਰ ਕਿੰਨੀ ਹੈਗੀ ਸਾਡੇ ਪਾਸ 3 into 5 raised to power 5।
सो -1 रेज़ टू पावर 3 मीनस -1 इंटू -1 इंटू -1। सो ये तो नैगेटिव आ जाएगा साढ़े पास। तो 5 रेज़ टू पावर 5 टाइम्स असी 5 ਨੂੰ मल्टीप्लाई करना है। सो ये आ जाएगा साढ़े पास 3125 दैट इज़ इक्वल टू -3125। ये साड़ी हो गई है 4th टर्म। सो 5th टर्म साढ़े पास जेकर असी इसे तो अंदाजा लाइए तो 5 का मल्टीपल चल रहा है, एक बार पॉजिटिव आ रही है, एक बार नैगेटिव आ रही है। तो नैक्सट टाइम साढ़े पास की आएगी, पॉजिटिव आएगी। तो ये 5 की आएगी, इसनों 5 के नाल असीं मल्टीप्लाई कर देंगे। सो साढ़े पास आंसर की आएगा पॉजिटिव 15,625। सो इस टर्म में केवल 5 नाल मल्टीप्लाई करने की जरूरत है, तो ए 5 जी है पता लग जाएगी। सो क्वेश्चन नंबर 6 के साढ़े पास जी जर्नल फॉर्म है दैट इज़ n इंटू n स्केयर प्लस 5/4। सो 1 तो स्टार्ट करना सी। सो 1 इंटू 1 स्केयर प्लस 5/4 n ਨੂੰ रिप्लेस करता है 1 ਦੇ ਨਾਲ। सो कोई चेंज नहीं आनी है, 1 ਨਾਲ कोई फर्क नहीं पैना है। सो 1 प्लस 5/4 दैट इज़ 6/4। इसनों कैंसल आउट कर सकते हैं असी 3/2। तो ये साडा फस्ट टर्म आ गई है 3/2। इस तरह असी n ਨੂੰ रिप्लेस कर सकते हैं 2 ਦੇ ਨਾਲ। 2 इंटू 2 स्केयर प्लस 5/4। सो ये साढ़े कोल बन जाता 2 इंटू 2 स्केयर इज़ 4 प्लस 5/4 दैट इज़ इक्वल टू 2 इंटू 9/4। सो 2 इंटू 2 इज़ 4। सो साढ़े पर आंसर की आ जाता है 9/2। सो साड़ी ये की हो गया सैकेंड टर्म। इस तरह असी 3 पुट कर सकते हैं इत्थे ए 3 फाइंड करने के लिए थर्ड टर्म के लिए। सो 3 इंटू 3 स्केयर n स्केयर मीनस 3 स्केयर प्लस 5/4। सो n ਨੂੰ ਅਸੀਂ रिप्लेस करता है 3 ਦੇ ਨਾਲ, हर जगह n ਨੂੰ लिखता है 3। सो ये साढ़े पास की आ गया 3 इंटू 3 स्केयर मीनस 3 का वर्ग 9 प्लस 5/4। सो दिस इज़ इक्वल टू 3 इंटू 14/4। सो कैंसल आउट हो जाएगा 7/2 तो ये बन गया साढ़े पास 7/21/2। ये साडा आ गया तीसरी टर्म। इस तरह असी 4th फाइंड कर सकते हैं 4 स्केयर प्लस 5 करके। 5th तुसी खुद फाइंड कर लेना 4 इंटू 4 स्केयर प्लस 5/4। सो 4 कैंसल्स आउट। सो 4 स्केयर इज़ 16 प्लस 5 इज़ इक्वल टू 21 दैट इज़ इक्वल टू A4। सो A5 मैं तुहाडे लई छड्ड दिंदा है। सो n ਨੂੰ रिप्लेस करना है 5 ਦੇ ਨਾਲ 5 इंटू 5 स्केयर प्लस 5/4 करके। क्वेश्चन नंबर 7 तो लैके जो 10 तक ने वो सानू टर्म्स इंਡੀਕੇਟਡ ने पहला ही। सो जर्नल टर्म दी है तो सानू पहले ही दसिया गया कि असी n कितना पुट करना है 17 पैर के 17 लिखा है। सो जो मैं कंपेयर कराँगा इत्थे तो n कितना लेना है मैं 17 लेना है, तो इत्थे कितना लेना है 24। सो 17 टर्म फाइंड करने के लिए मैंने n कितना पुटा करना पैना है 17। सो 4 इंटू 17 माइनस 3 17 चौके 68 माइनस 3। सो साडा आंसर की आ जाता है 17 65। इस तरह दूसरी सानू 24 फाइंड करने के लिए क्या है, तो n ਨੂੰ ਅਸੀਂ पुट कर देना 24। सो 4 इंटू 24 माइनस 3। सो 24 चौके 96 होंदा साडे पास, तो 96 ਦੇ ਵਿੱਚੋਂ 3 गए साडे पास कितना आ गया 93। सो ये वाली जी जर्नल फॉर्म है साडे पास, ये असी डायरैक्टली कोई भी टर्म जी फाइंड कर सकते हैं, क्योंकि जी साडी जर्नल फॉर्म है वो n के उपर डिपेंडेंट है, ना कि किसी होर टर्म के उपर डिपेंडेंट है। सो 7th 8th 9th क्वेश्चन बिल्कुल सेम ने, आलमोस्ट इदां दे ही ने। क्वेश्चन नंबर 8 ਦੇ ਵਿੱਚ ਸਾਤੋਂ A7 पता करने ਲਈ ਕਿਹਾ ਗਿਆ है। सो an ਸਾਨੂੰ गिवन है n स्केयर ओवर 2 रेज़ टू पावर n। सो n ਨੂੰ ਅਸੀਂ चेंज करना है 7 ਦੇ ਵਿੱਚ। सो A7 इज़ इक्वल टू 7 स्केयर ओवर 2 रेज़ टू पावर 7। सो इसनों सॉल्व करना काफ़ी लेंथी काम है, तुसीं खुद कर सकते हो। 7 स्केयर इज़ 49। जेकर 2 ਨੂੰ ਆਪਾਂ 7 टाइम्स लिख के सॉल्व करना होवे
ਇੱਥੇ ਵੀ ਛੱਡ ਸਕਦੇ ਹੋ ਤੁਸੀਂ, 2⁻7 ਵੀ ਲਿਖ ਸਕਦੇ ਹੋ, ਇਸ ਨੂੰ ਸੋਲਵ ਵੀ ਕਰ ਸਕਦੇ ਹੋ। ਸੋ 2 ਦੂਣੀ 4 ਦੂਣੀ 8 ਦੂਣੀ 16 ਦੂਣੀ 32 ਦੂਣੀ 64 ਦੂਣੀ 128, 49 ਓਵਰ 128। ਸੋ ਇਹ ਸਾਡੀ ਬਣ ਗਈ ਹੈ A7। ਸੋ ਕੁਐਸਚਨ ਨੰਬਰ 9 ਦੇ ਵਿੱਚ ਸਾਨੂੰ ਪੁੱਛਿਆ ਗਿਆ A9, ਤਾਂ ਅਸੀਂ n ਨੂੰ ਰਿਪਲੇਸ ਕਰਨਾ ਹੈ 9 ਦੇ ਨਾਲ। ਸੋ -1 ਰੇਜ਼ ਟੂ ਪਾਵਰ 9 -1 ਇੰਟੂ 9 ਰੇਜ਼ ਟੂ ਪਾਵਰ 3। ਸੋ -1 ਦੀ ਪਾਵਰ 8 ਆ ਗਈ ਹੈ, ਈਵਨ ਆ ਗਈ ਹੈ, ਅਤੇ 9 ਰੇਜ਼ ਟੂ ਪਾਵਰ 3 ਮੀਨਸ 9 ਇੰਟੂ 9 ਇੰਟੂ 9। ਸੋ ਜਦੋਂ -1 ਦੀ ਪਾਵਰ ਈਵਨ ਹੁੰਦੀ ਹੈ ਤਾਂ ਸਾਡਾ ਰਿਜ਼ਲਟ ਆਉਂਦਾ ਹੈ ਪਲੱਸ ਦੇ ਵਿੱਚ। ਸੋ 729। ਸੋ 9 ਕਿਊਬ ਸਾਡੇ ਪਾਸ ਹੁੰਦਾ 729। ਸੋ 9th ਟਰਮ ਸਾਡੇ ਪਾਸ ਕੀ ਆ ਗਈ ਹੈ 729। ਕੁਐਸਚਨ ਨੰਬਰ 10 ਦੇ ਵਿੱਚ ਸਾਨੂੰ n ਪੁੱਟ ਕਰਨ ਦੇ ਲਈ ਕਿਹਾ ਗਿਆ 20। ਸੋ ਅਸੀਂ n ਜਿਹੜਾ ਹੈ 20 ਪੁੱਟ ਕਰ ਦਿੰਦੇ ਹਾਂ। ਸੋ A20 20th ਟਰਮ। ਸੋ 20 ਗੁਣਾ 20 - 2 ਓਵਰ 20 + 3 20 ਜਮ੍ਹਾਂ 3। ਸੋ ਇਹ ਕੀ ਬਣਦਾ ਸਾਡੇ ਪਾਸ 20 ਗੁਣਾ 20 ਘਟਾਓ 2 ਸਾਡੇ ਪਾਸ ਹੁੰਦਾ 18 ਓਵਰ 20 ਜਮ੍ਹਾਂ 3 ਸਾਡੇ ਪਾਸ ਹੁੰਦਾ 23। ਸੋ ਕੈਂਸਲ ਆਊਟ ਦਾ ਕੁਛ ਹੋ ਨਹੀਂ ਰਿਹਾ। ਸੋ ਇਹ ਹੈਗਾ ਸਾਡੇ ਪਾਸ 360 ਓਵਰ 23। ਸਾਡੀ ਬਣ ਗਈ 20ਵੀਂ ਟਰਮ ਇਹ ਸਾਡਾ ਸੀਕੁਐਂਸ ਦੀ। ਸੋ ਕੁਐਸਚਨ ਨੰਬਰ 11 ਔਨਵਰਡਸ ਜਿਹੜੇ ਸਾਡੇ ਪਾਸ ਕੁਐਸਚਨ ਨੇ ਉਹ ਦੇ ਵਿੱਚ ਸਾਡੀਆਂ ਜਿਹੜੀਆਂ ਜਰਨਲ ਟਰਮਸ ਨੇ ਉਹ ਕਿਸੇ ਹੋਰ ਟਰਮ ਦੇ ਉੱਪਰ ਡਿਪੈਂਡੈਂਟ ਨੇ। ਲਾਈਕ ਅਸੀਂ ਡਾਇਰੈਕਟਲੀ 10ਵੀਂ ਟਰਮ ਜਾਂ 12ਵੀਂ ਟਰਮ ਨਹੀਂ ਫਾਈਂਡ ਕਰ ਸਕਦੇ। ਸੋ ਇਹਦੇ ਵਿੱਚ ਸਾਡੇ ਪਾਸ n ਦੇ ਉੱਪਰ ਵੀ ਕੰਡੀਸ਼ਨ ਹੈ ਫॉर n greater than 1 ਫਾਈਂਡ ਫਸਟ 5 ਟਰਮਸ। ਸੋ ਪਹਿਲੀਆਂ 5 ਫਾਈਂਡ ਕਰਨੀਆਂ ਨੇ, ਇੱਕ ਸਾਨੂੰ ਪਹਿਲਾਂ ਹੀ ਪਤਾ ਹੈ। ਸੋ ਅਸੀਂ ਦੂਜੀ ਤੀਜੀ ਚੌਥੀ ਪੰਜਵੀਂ ਫਾਈਂਡ ਕਰਨੀ ਹੈ, ਅਤੇ n ਪਰ ਕੰਡੀਸ਼ਨ ਕੀ ਹੈ ਕਿ n ਅਸੀਂ ਇੱਕ ਤੋਂ ਵੱਡਾ ਲੈਣਾ ਹੈ, ਕਹਿਣ ਤੋਂ ਭਾਵ 2 3 ਜਾਂ 4 ਲੈਣਾ ਹੈ। ਸੋ A2 ਜਦੋਂ ਮੈਂ ਇਹਨਾਂ ਨੂੰ ਕੀ ਪੁੱਟ ਕੀਤਾ 2 ਕਿਉਂਕਿ ਗ੍ਰੇਟਰ ਦੈਨ 1 ਹੈ। 3 ਇੰਟੂ A 2 - 1 ਮੀਨਸ ਫਸਟ ਟਰਮ ਪਲੱਸ 2। ਸੋ ਮੈਨੂੰ A1 ਦੀ ਵੈਲਿਊ ਪਤਾ ਹੈ 3 ਹੈ। ਸੋ 3 ਇੰਟੂ 3 + 2। ਸੋ ਆਂਸਰ ਕੀ ਆ ਜਾਏਗਾ ਮੇਰੇ ਪਾਸ 3 ਇੰਟੂ 3 ਇਜ਼ 9 + 2 ਦੈਟ ਇਜ਼ ਇਕੁਅਲ ਟੂ 11। ਸੋ A2 ਮੈਨੂੰ ਪਤਾ ਲੱਗ ਗਈ ਹੈ 11। ਸੋ ਜਦੋਂ ਮੈਂ A3 ਫਾਈਂਡ ਕਰਨ ਜਾਊਂਗਾ n ਦੀ ਜਗ੍ਹਾ 'ਤੇ 3 ਪੁੱਟ ਕਰਾਂਗਾ 3 ਇੱਥੇ 3 - 1 ਕੀ ਆਏਗਾ A2 ਆਏਗਾ, ਤਾਂ ਮੇਰੇ ਪਾਸ A2 ਹੈਗੀ ਹੈ 11। ਤਾਂ ਅਸੀਂ ਇਸ ਨੂੰ ਯੂਜ਼ ਕਰਾਂਗੇ ਹੁਣ। ਸੋ A3 ਫਾਈਂਡ ਕਰਨ ਦੇ ਲਈ ਮੈਂ n ਪੁੱਟ ਕਰ ਦਿੰਦਾ 3। A3 ਇਜ਼ ਇਕੁਅਲ ਟੂ 3 ਇੰਟੂ A 3 - 1 A ਦੇ ਪੈਰ 'ਚ ਲਿਖਿਆ ਹੋਇਆ ਹੈ। ਸੋ A3 - 1 ਦਾ ਮਤਲਬ ਹੈ A2 ਦੂਸਰੀ ਟਰਮ ਪਲੱਸ 2। ਸੋ ਸੈਕਿੰਡ ਟਰਮ ਅਸੀਂ ਫਾਈਂਡ ਕੀਤੀ ਸੀ 11 3 ਗੁਣਾ 11 ਪਲੱਸ 2। ਸੋ 11 ਤੀਏ 33 ਜਮ੍ਹਾਂ 2 ਇਹ ਸਾਡੇ ਪਾਸ ਕੀ ਆ ਗਿਆ ਥਰਡ ਟਰਮ ਸਾਡੇ ਪਾਸ ਆ ਗਈ 33 + 2 ਇਜ਼ 35। ਸੋ ਇਸੇ ਤਰ੍ਹਾਂ ਅਸੀਂ A4 ਫਾਈਂਡ ਕਰ ਸਕਦੇ ਹਾਂ। 4 ਦੇ ਲਈ ਸਾਨੂੰ ਇੱਥੇ n ਦੀ ਜਗ੍ਹਾ 'ਤੇ 4 ਪੁੱਟ ਕਰਨਾ ਪਏਗਾ ਦੈਟ ਇਜ਼ 3 ਇੰਟੂ A4 - 1 ਪਲੱਸ 2। ਸੋ ਇਹ ਕੀ ਆ ਜਾਏਗਾ 3 ਇੰਟੂ A3 ਦੀ ਵੈਲਿਊ ਪੁੱਟ ਕਰਨੀ ਪਏਗੀ ਸਾਨੂੰ। ਸੋ A3 ਅਸੀਂ ਫਾਈਂਡ ਕੀਤੀ ਹੈ 35 3 ਇੰਟੂ 35 ਪਲੱਸ 2। ਸੋ 35 × 105 ਪਲੱਸ 2 ਹੈਗਾ 107 A4। ਸੋ A5 ਤੁਸੀਂ ਖੁਦ ਪਤਾ ਕਰ ਸਕਦੇ ਹੋ, ਤੁਹਾਡੇ ਲਈ ਛੱਡ ਦਿੰਦੇ ਹਾਂ ਆਪਾਂ। ਕੁਐਸਚਨ ਨੰਬਰ 12 ਦੇ ਵਿੱਚ ਸਾਡੇ ਪਾਸ ਗਿਵਨ ਹੈ an ਇਜ਼ ਇਕੁਅਲ ਟੂ an - 1 ਓਵਰ n ਪ੍ਰੋਵਾਈਡਡ n ਗ੍ਰੇਟਰ ਦੈਨ ਔਰ ਇਕੁਅਲ ਟੂ 2। ਸੋ 2 ਤੋਂ ਸਟਾਰਟ ਕਰਨਾ ਕਿਉਂਕਿ ਨਾਲ ਕੀ ਲਿਖਿਆ ਹੈ ਇਕੁਅਲ। ਸੋ ਫਸਟ ਟਰਮ ਸਾਨੂੰ ਗਿਵਨ ਹੈ, ਸੈਕੰਡ ਟਰਮ ਅਸੀਂ ਫਾਈਂਡ ਕਰਨੀ ਹੈ। A2 ਇਜ਼ ਇਕੁਅਲ ਟੂ n ਦੀ ਜਗ੍ਹਾ 'ਤੇ 2 ਪੁੱਟ ਕਰਤਾ ਹੈ। ਸੋ 2 - 1 2 - 1 ਮੀਨਸ ਫਸਟ ਟਰਮ ਓਵਰ n ਨੂੰ ਰਿਪਲੇਸ ਕਰਨਾ ਸੀ 2 ਦੇ ਨਾਲ। ਸੋ ਇੱਥੇ ਕੀ ਆ ਗਿਆ 2। ਸੋ A1 ਮੇਰੇ ਪਾਸ -1 ਓਵਰ 2। ਸੋ ਸਾਡੀ A2 ਜਿਹੜੀ ਹੈ ਇਹ ਬਣ ਗਈ ਹੈ। ਕੁਐਸਚਨ ਥੋੜ੍ਹਾ ਕੰਪਲੈਕਸ ਹੋ ਜਾਣਾ ਹੈ ਕਿਉਂਕਿ ਫਸਟ ਟਰਮ ਹੋਲ ਨੰਬਰ ਸਾਡੇ ਪਾਸ ਇੰਟੀਜਰ ਦੇ ਰੂਪ ਦੇ ਵਿੱਚ ਹੈ, ਇਹ ਸਾਡੇ ਪਾਸ
ਰੈਸ਼ਨਲ ਨੰਬਰ ਬਣ ਗਏ। ਸੋ ਨੈਕਸਟ ਟਰਮ ਥੋੜ੍ਹੀਆਂ ਜਿਹੀਆਂ ਔਖੀਆਂ ਹੋਣਗੀਆਂ। A3 ਸੋ ਥਰਡ ਟਰਮ ਦੇ ਲਈ ਮੈਂ n ਨੂੰ ਰਿਪਲੇਸ ਕਰਤਾ 3 ਦੇ ਨਾਲ, ਦੈਟ ਇਜ਼ 3 ਮਾਈਨਸ 1 ਓਵਰ 3। ਸੋ A2 ਓਵਰ 3। ਸੋ A2 ਕੀ ਹੈ ਮੇਰੇ ਪਾਸ -1 ਓਵਰ 2, -1 ਓਵਰ 2 इंटू 3 नीचे ही है मेरे पास। सो ये की बन जाएगा -1 ओवर 6। तो ये साड़ी A3 आ गई है थर्ड टर्म ऑफ द सीक्वेंस। इस तरह A4 ਦੇ ਲਈ ਅਸੀਂ n ਨੂੰ ਰਿਪਲੇਸ ਕਰ ਦਿੰਨੇ ਆ 4 ਦੇ ਨਾਲ। ਸੋ A4 4 -1 मीन्स थर्ड टर्म ओवर 4। सो थर्ड टर्म की है मेरे पास -1 ओवर 6 तो 4 ऑलरेडी नीचे है मेरे पास। सो ये बन जाएगा -1 ओवर 6 इंटू 4 इज़ 24। सो फिफ्थ टर्म ਆਪਾਂ ਤੁਹਾਡੇ ਲਈ ਛੱਡ ਦਿੰਦੇ ਹਾਂ। ਫਿਫਥ ਟਰਮ ਜਿਹੜੀ ਆ ਤੁਸੀਂ ਖੁਦ ਫਾਈਂਡ ਕਰ ਲੈਣੀ ਆ। ਕੁਐਸਚਨ ਨੰਬਰ 13 ਦੇ ਵਿੱਚ ਸਾਨੂੰ ਫਸਟ 2 ਟਰਮਸ ਗਿਵਨ ਨੇ A1 ਐਂਡ A2 ਬੋਥ ਆਰ 2, ਦੋਨੇ 2 ਨੇ ਤੇ n ਪਰ ਕੰਡੀਸ਼ਨ ਹੈ ਕਿ ਸਟ੍ਰਿਕਟਲੀ ਗ੍ਰੇਟਰ ਦੈਨ 2 ਲੈਣਾ ਅਸੀਂ। ਸੋ 3 ਲੈਣਾ, 4 ਲੈਣਾ ਤੇ 5 ਲੈਣਾ। ਫਸਟ 5 ਟਰਮਸ ਫਾਈਂਡ ਕਰਨੀਆਂ ਨੇ ਅਸੀਂ। ਸੋ ਫਸਟ 2 ਤਾਂ ਸਾਨੂੰ ਪਤਾ ਹੀ ਨੇ, ਅਸੀਂ ਕੀ ਫਾਈਂਡ ਕਰਨੀ ਹੈ 3। ਸੋ n ਦੀ ਜਗ੍ਹਾ ਤੇ ਮੈਂ 3 ਪੁੱਟ ਕਰਤਾ ਹੈ। 3 -1 मीन्स A2 -1। सो सेकंड टर्म की है मेरे पास 2 है। सो 2 -1 ये की आ जाएगा 1। सो A3 मेरे पास कितनी आ गई है 1। सो नैक्सट मैं फाइंड करनी है A4। सो A4 ਦੇ ਲਈ मैं इत्थे 4 पुट कर देना है, इत्थे भी 4 पुट करांगे तो 4 -1 की बनेगा 3 -1। सो A3 की वैल्यू कितनी है मेरे पास 1 आई है। सो 1 -1 की आ गया 0। सो फोर्थ टर्म ऑफ द सीक्वेंस की आ गई 0 आ गई। सो जे फिफ्थ टर्म फाइंड करनी है A5 तो n की जगह पर 5 पुट करता है, इत्थे 5 -1 की बन गया A4 -1। सो फोर्थ टर्म मेरे पास 0 है। 0 -1 इज़ -1। सो ये आ गया मेरे पास A5 फिफ्थ टर्म ऑफ द सीक्वेंस। सो इस तो बाद साढ़े पास लास्ट क्वेश्चन क्वेश्चन नंबर 14 ਜਿਹੜਾ ਇਹ ਫਿਬੋਨਾਕੀ ਸੀਕੁਐਂਸ ਦੇ ਬੇਸਡ ਹੈ। ਸੋ ਸਾਨੂੰ ਫਿਬੋਨਾਕੀ ਸੀਕੁਐਂਸ ਦਿੱਤੀ ਹੋਈ ਹੈ। ਸੋ ਅਸੀਂ ਫਾਈਂਡ ਕਰਨਾ ਹੈ an+1 ਓਵਰ an ਫॉर n ਇਜ਼ ਇਕੁਅਲ ਟੂ 1 2 3 4 5। ਬਟ ਗੱਲ ਕੀ ਹੈ ਕਿ n ਜਿਹੜਾ ਅਸੀਂ ਲੈਣਾ ਹੈ ਸਟ੍ਰਿਕਟਲੀ ਗ੍ਰੇਟਰ ਦੈਨ ਕੀ ਲੈਣਾ ਹੈ 2 ਲੈਣਾ ਹੈ। ਸੋ A1 A2 ਤਾਂ ਸਾਨੂੰ ਕੋਈ ਇਸ਼ੂ ਹੀ ਨਹੀਂ ਹੈ, 1 ਦਿੱਤਾ ਹੋਇਆ ਸਾਨੂੰ। ਅਸੀਂ ਕੀ ਲੈਣਾ ਥਰਡ ਟਰਮ ਫਾਈਂਡ ਕਰਨੀ ਹੈ। ਫਸਟ ਐਂਡ ਸੈਕਿੰਡ ਸਾਨੂੰ ਪਤਾ ਹੈ ਪਹਿਲਾਂ ਹੀ। सो जेकर मैं इत्थे n1 पुट कर दिना है दैट मीनस A2 ओवर A1। सो ए वाली रेशो सानू ऑलरेडी पता है, A1 तो A2 सानू पता ने 1 ओवर 1 की आनी है 1 आनी है। सो जो असी A3 ओवर A2 फाइंड करना है n इत्थे की पुट करना है 2 तो साढ़े पास थर्ड टर्म नहीं है सीक्वेंस की। सो सानू फाइंड करनी पएगी, वो असी फाइंड करांगे इत्थों। सो पहला सानू A3 फाइंड करनी पएगी। A3 इज़ इक्वल टू n मैं इत्थे 3 पुट करता है 3 -1 दैट इज़ A2 प्लस 3 -2 A1। सो सैकेंड तो फस्ट की ने 1 1 ने। सो ये की बन गया 1 + 1 इज़ इक्वल टू 2 दैट मीनस A3। सो सानू थर्ड टर्म पता लग गया सीक्वेंस की। इस तरह असी फोर्थ टर्म फाइंड कर लें। फोर्थ टर्म के लिए असी n इज़ इक्वल टू 4 पुट किया। 4 -1 मीनस A3 थर्ड टर्म, 4 -2 मीनस सैकेंड टर्म। सो थर्ड टर्म साढ़े पास 2 है तो सैकेंड टर्म साढ़े पास 1 है। सो फोर्थ टर्म साढ़े पास की आ गई 3 आ गई है। इस तरह सानू चाहिए है फिफ्थ टर्म A5 चाहिए है। सो A5 इज़ इक्वल टू जो मैं n की पुट कराँगा 5 -1 A4 हो जाएगा, 5 -2 A3 हो जाएगा। सो फोर्थ टर्म मेरे पास 3 है तो थर्ड टर्म मेरे पास 2 है। सो आंसर आ गया 5। सो A5 फिफ्थ टर्म की बन गई मेरी 5। इस तरह सिक्स्थ टर्म के लिए हुण तुसीं पुछोगे सर सिक्स्थ टर्म क्यों चाहिए है जो कि साढ़े को n कितना कहा गया है 5 तक कहा गया है फिफ्थ टर्म तक।
बट जो मैं ए वाला 5 इत्थे पुट करना है, ए 5 + 1 की बन जाना 6th टर्म। सो मैनू 6th टर्म की भी लोड़ है। सो ए 6 के लिए मैं इत्थे 6 पुट कर देना है। सो 6 - 1 की बन गया ए 5, 6 - 2 की बन गया ए 4। सो ए 5 मेरे पास 5 है, ए 4 मेरे पास 3 है, तो आ गया मेरे पास 8। सो A2/A1 मैं फाइंड कर लिया है फर्स्ट। सैकंड मैं n = 2 पर देना है, तो 2 + 1 की बनेगा A3/A2। थर्ड टर्म 2 है, सैकंड टर्म 1 है। सो 2/1 इज़ 2। थर्ड पूछे उसने सानू n = 3 भरना है, 3 + 1 4, A4/A3, n3 भरांगे इत्थे। सो A4 3 है, तो A3 2 है। सो दैट इज़ इक्वल टू 3/2। तो इस तरह फोर्थ सानू पूछे उसने n = की पुट करना सी 4। सो 4 + 1 5, तो A5/A4। सो फिफ्थ टर्म मेरे पास 5 है, तो फोर्थ टर्म मेरे पास 3 है। इसनों असीं डेसीमल फॉर्म दे विच 1.5 लिख सकते हैं। इसनों डेसीमल फॉर्म दे विच असीं 1.666 सो ऑन लिख सकते हैं। तो लास्ट रह गई है साडे पास जदों असीं n = 5 पुट करांगे इत्थे A6/A5। सो A6 मेरे पास 8 है, तो A5 मेरे पास 5 है। सो दिस इज़ इक्वल टू 1.6। सो दोस्तों इत्थे साडी जिहड़ी एक्सरसाइज 9.1 है वो खत्म है। सो उम्मीद है तुहानूं जिहड़ा टॉपिक है वो समझ आया होवेगा। जेकर वीडियो अच्छी लगे तो प्लीज़ वीडियो नूं लाइक ते शेयर जरूर कर दिओ। होर भी वधेरे वीडियोज़ दे लई मेरे चैनल नूं सबसक्राइब करो। चैनल ते आउण लई धन्नवाद।